सैभं गुर प्रसाद। अमें दृष्ट शुभ करय हरय अग पाप सगल मल। काम क्रोध अर लोभ मोह वश करय सभय बल। सदा सुख मन वसै दुख संसार खोवै। गुर नवनिध दरियाओ जन्म हम कालख धोवै। सो कहो टल गुर सेवियै अहनिस सहज सुभाए। दर्शन परसियै गुरु के जन्म मरण दुख जाए। सतनाम वाहिगुरु साहिब जियो। मांझ महला तीजा। आत्म राम परगास गुर ते होवै। हऊँ मैं मैल लागी गुर शब्दी खोवै। आत्म राम परगास गुर ते होवै। हऊँ मैं मैल लागी गुर शब्दी खोवै। मन निर्मल अन दिन भगति राता। भगत करे हर पावणिया। हऊँ वारी जिਉ वारी आप भगत करन अवरा भगत करावणिया। तिन्हा भगत जना को सद नमस्कार कीजै। जो अन दिन हर गुण गावणिया। रहाओ आपे करता कारण कराए। जित पहावै तित कारै लाए। पूरै भाग गुर सेवा होवै। गुर सेवा ते सुख पावणिया। मर मर जीवै तां किछ पाए। गुर प्रसादी हर मन वसाए। सदा मुक्त हर मन वसाए। सहजे सहज समावणिया। बहु कर्म कमावै मुक्त न पाए। देसंतर भमै दूजै भाए खुआए। बिरथा जन्म गवाया कपटी। बिन शब्दै दुख पावणिया। तावत राखै ठाक रहाए। गुर प्रसादी परम पद पाए। सतगुर आपे मेल मिलाए। मिल प्रीतम सुख पावणिया। इक कूड़ लागे कूड़े फल पाए। दूजै भाए बिरथा जन्म गवाए। आप डूबे सगले कुल डोबे। कूड़ बोल बिख खावणिया। इस तन में मन को गुरमुख देखै। भाए भगत जां हऊँ मैं सोखै। सिद्ध साधिक मोन तारी रहे लिव लाए। तिन भी तन में मन ना दिखावणिया। आप कराए करता सोई। होर के करे कीतै क्या होई। नानक जिस नाम देवै सो लेवै। नामो मन वसावणिया। आप कराए करता सोई। होर के करे कीतै क्या होई। नानक जिस नाम देवै सो लेवै। नामो मन ਵਸਾਵਣਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਹੈ। ਸੰਧਿਆ ਸਮੇਂ ਸਤਸੰਗਤ ਦੇ ਪਲ ਅਸੀਂ ਮਾਣ ਪਾ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ, ਉਪਰੰਤ ਗੁਰੂ ਸ਼ਬਦ ਵਿਆਖਿਆ ਗੋਚਰੇ ਚੱਲ ਰਹੀ ਲੜੀਵਾਰ ਗੁਰਬਾਣੀ ਵਿਵੇਚਨਾ ਵਿੱਚੋਂ ਅਗਲੇਰਾ ਸ਼ਬਦ ਆਪਨੇ ਸਰਵਨ ਕੀਤਾ ਹੈ। ਮਾਝ ਰਾਗ ਚੱਲ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਨਾਨਕ ਜੋਤ ਦੇ ਤੀਸਰੇ ਜਾਨਸ਼ੀਨ, ਉਹਨਾਂ ਦੀ ਉਚਰਿਤ ਕੀਤੀ ਹੋਈ ਅਸ਼ਟਪਦੀਆਂ ਦੀ ਬਾਣੀ ਸਾਨੂੰ ਪ੍ਰਾਪਤ ਹੈ। ਸਮੁੱਚੜਾ ਸ਼ਬਦ ਆਪ ਜੀ ਨੇ ਪਾਠ ਰੂਪ ਵਿੱਚ ਅਜੇ ਹੁਣੇ ਸਰੋਤ ਕੀਤਾ ਹੈ। ਵਿਚਾਰ ਦਾ ਆਗਾਜ਼ ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਤੋਂ ਕਰ ਰਹੇ ਹਾਂ। ਰਹਾਉ ਦਾ ਬੰਦ। ਗੁਰਦੇਵ ਨਵਾਜਿਸ਼ ਕਰਦੇ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ, ਅਵਰਾ ਭਗਤ ਕਰਾਵਣਿਆ, ਤਿੰਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ। ਰਹਾਉ। ਹਉ ਵਾਰੀ ਜਿਉ ਵਾਰੀ, ਇਹ ਲਗਾਤਾਰ ਦੁਹਰਾਓ ਵਿੱਚ ਆ ਰਹੇ ਨੇ ਸ਼ਬਦ। ਪਿਛਲੇ ਆਪ ਬਹੁਤ ਸਾਰੇ ਸ਼ਬਦਾਂ 'ਚ ਸੁਣ ਰਹੇ ਹੋ। ਇਹਦੀ ਡਿਸਕਸ਼ਨ ਵੀ ਹੋਈ ਸੀ ਬੜੇ ਡਿਟੇਲਡ ਵੇ ਦੇ ਨਾਲ ਕਿ ਪੰਜਾਬੀ ਤਰਬੀਅਤ ਦੇ ਵਿੱਚ ਜੋ ਸਾਡੀ ਸੱਭਿਆਚਾਰਕ ਇੱਕ ਬਾਤ ਹੈ ਕਿ ਅਸੀਂ ਜਿਹਨੂੰ ਬਹੁਤ ਸਤਿਕਾਰ ਦਈਏ, ਜਿਹਨੂੰ ਅਸੀਂ ਬੜੀ ਸ਼ਿੱਦਤ ਨਾਲ ਸਨੇਹਤਾ ਕਰੀਏ, ਉਹਨੂੰ ਅਸੀਂ ਕਹਿ ਦਿੰਦੇ ਹਾਂ, ਤੇਰੇ ਤੋਂ ਮੈਂ ਆਪਣੀ ਜਾਨ ਵਾਰਦਾ ਹਾਂ, ਤੂੰ ਮੈਨੂੰ ਮੇਰੀ ਜਾਨ ਤੋਂ ਪਿਆਰਾ ਆ। ਬੰਦੇ ਨੂੰ ਜਾਨ ਸਭ ਤੋਂ ਵੱਧ ਪਿਆਰੀ ਹੁੰਦੀ ਹੈ ਕਿ ਮੇਰੀ ਜਾਨ ਨਾ ਚਲੀ ਜਾਏ, ਬਾਕੀ ਦੁਨੀਆ ਸਾਰੀ ਖਤਮ ਹੋ ਜਾਏ ਭਾਵੇਂ। ਪਰ ਕਿਸੇ ਵਾਸਤੇ ਬੰਦਾ ਕਿ ਜੇ ਮੈਂ ਨਾ ਵੀ ਰਵਾਂ ਤੇ ਮੇਰੇ ਨਾ ਰਹਿਣ ਨਾਲ ਤੇਰਾ ਬਚਾਅ ਹੁੰਦਾ, ਆਈ ਵਿਲ ਸੈਕਰੀਫਾਈਸ ਮਾਈ ਸੈਲਫ। ਹਉ ਵਾਰੀ ਜਿਉ ਵਾਰੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਆਪਣੀ ਜਾਨ ਵਾਰਦਾ ਹਾਂ। ਆਪਣੇ ਤੇ ਬਾਤ ਚੁਕਾ ਕੇ ਸਾਨੂੰ ਸਮਝਾਇਆ ਕਿੰਨਾ ਤੋਂ ਜੀ। ਇਸ ਸ਼ਬਦ 'ਚ ਵੈਸੇ ਬਹੁਤ ਤਰੀਕੇ ਨਾਲ ਇਸੇ ਬਾਤ ਨੂੰ ਵਾਰ-ਵਾਰ ਦੁਹਰਾਇਆ ਜਾਏਗਾ, ਪਰ ਸਭ ਜ਼ਿਕਰ ਕਰਦੇ ਇਸ ਪਾਵਨ ਪੰਕਤੀ 'ਚ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ। ਮੈਂ ਉਹਨਾਂ ਤੋਂ ਵਾਰ ਨੇ ਜਾਣਾ। ਸਿੰਪਲ ਪੰਜਾਬੀ ਦੇ ਵਰਡਸ ਨੇ। ਜੇ ਥੋੜ੍ਹੀ ਬਹੁਤੀ ਜਿਸ ਬੰਦੇ ਦੀ ਜਿਹਨੂੰ ਪੰਜਾਬੀ ਲੈਂਗੁਏਜ ਆਉਂਦੀ ਹੈਗੀ ਹੈ, ਸਮਨ ਇਜ਼ ਫਲੂਐਂਟ ਇਨ ਪੰਜਾਬੀ ਵਰਡਸ ਔਰ ਪੰਜਾਬੀ ਲੈਂਗੁਏਜਸ, easily that person can understand what Baba ji is saying in these lines. क्या आप भगत करन, फिर अवरा भगत करावणिया। ਬੰਦੇ ਦਾ ਜਿਹੜਾ ਵਿਹਾਰ ਆ ਇਹ ਬਹੁਤ ਆਲੇ ਦੁਆਲੇ ਤੋਂ ਅਸੀਂ ਪਰਸੀਵ ਵੀ ਕਰਦੇ ਹਾਂ, ਪਰ ਅਸੀਂ ਡਿਲੀਵਰ ਵੀ ਕਰਦੇ ਹਾਂ, ਕਿਉਂਕਿ ਇਹ ਸਾਡੀ ਸੰਸਾਰ ਦੇ ਨਾਲ ਆਲੇ ਦੁਆਲੇ ਨਾਲ ਇੱਕ ਡੂਅਲ ਰਿਲੇਸ਼ਨਸ਼ਿਪ ਆ। ਇੱਕ ਚੀਜ਼ ਇਹ ਹੈ, ਜਿਹੜਾ ਸੰਸਾਰ ਆ ਇਹ ਸਾਨੂੰ ਹਰ ਲੈਵਲ 'ਤੇ ਅਫੈਕਟ ਕਰਦਾ। ਅਸੀਂ ਇਨਫਲੂਐਂਸ ਆਲੇ ਦੁਆਲੇ ਦਾ ਜਿਹੜਾ ਹੈਗਾ ਉਹਨੂੰ ਐਕਸੈਪਟ ਕਰ ਲੈਂਦੇ ਹਾਂ, ਕਬੂਲਦੇ ਹਾਂ, ਪਰ ਨਾਲ ਦੀ ਨਾਲ ਅਸੀਂ ਆਪਣੇ ਵੱਲੋਂ ਦੂਜਿਆਂ ਨੂੰ ਪ੍ਰੇਰਦੇ ਵੀ ਹਾਂ, ਇੰਸਪੀਰੇਸ਼ਨ ਵੀ ਦਿੰਦੇ ਹਾਂ। ਆਪਣੇ ਵੱਲੋਂ ਅਸੀਂ ਦੂਜਿਆਂ ਵਾਸਤੇ ਵੀ ਇੱਕ ਡੈਮੋਸਟ੍ਰੇਸ਼ਨ ਕ੍ਰੀਏਟ ਕਰਦੇ ਹਾਂ। ਸੋ ਦੋਵੇਂ ਰੂਪ ਸੰਸਾਰ ਵਿੱਚ ਬਣਦੇ ਨੇ। ਹੁਣ ਨੂੰ ਇਸ ਤਰੀਕੇ ਨਾਲ ਜਾਣੋ ਕਿ ਸਪੋਜ਼ ਕਈ ਵਾਰ ਬੰਦਾ ਇਹ ਕਹਿ ਵੀ ਦਿੰਦਾ ਹੈਗਾ, ਖਾਸ ਕਰਕੇ ਇਸ ਕਲਚਰ 'ਚ ਆ ਕੇ ਜ਼ਿਆਦਾ ਗੱਲ ਹੁੰਦੀ ਹੈ, ਇਫ ਆਈ ਐਮ ਡੈਮੇਜਿੰਗ ਮਾਈ ਸੈਲਫ, ਆਈਦਰ ਆਈ ਐਮ ਐਕਚੁਅਲੀ taking any substance, any kind of drugs, or I have some bad habits, but it's none of anybody else's business, it's my. I'm harming myself, why you guys are actually get bothered with it? No, ਇਹ ਤੇ ਮੇਰੀ ਪ੍ਰਾਈਵੇਸੀ ਹੈ ਤੇ ਮੈਂ ਹੈਗਾ ਆ। ਐਕਚੁਅਲੀ ਗੱਲ ਤੇ ਇੱਕ ਲੈਵਲ ਤੇ ਲੱਗਦੀ ਠੀਕ ਹੈ ਬਈ ਆਪਣੀਆਂ ਚੋਇਸਿਸ ਨੇ ਬਣਾ ਰਿਹਾ। ਐਕਚੁਅਲੀ ਬੰਦੇ ਦੀ ਕੁਛ ਵੀ ਆਪਣੀ ਪ੍ਰਾਈਵੇਸੀ ਨਹੀਂ ਹੁੰਦੀ। ਜਿਹੜੀ ਉਹ ਚੋਇਸ ਬਣਾ ਰਿਹਾ ਉਸੇ ਸਮੇਂ ਉਹ ਕਈਆਂ ਹੋਰਾਂ ਲਈ ਪ੍ਰੇਰਨਾ ਵੀ ਬਣ ਰਿਹਾ, ਚੰਗੇ ਲਈ ਵੀ ਤੇ ਮਾੜੇ ਲਈ, ਦੋਨਾਂ ਰੂਪਾਂ 'ਚ। ਜੇ ਦੇਖਿਆ ਜਾਏ ਤੇ ਜਿਹੜਾ ਖਾਸ ਕਰਕੇ ਆਪ ਹਿੱਪੀ ਕਲਚਰ ਦੇਖੋ,
मतलब अमेरिकन सोसाइटी ਦੇ ਵਿੱਚ ਇੱਕ ਐਸਾ ਕਲਚਰ ਡਿਵੈਲਪ ਹੋਇਆ ਜਿਹਨੇ ਕੋਈ 2-2.5 ਦਹਾਕੇ ਇੱਥੇ ਇੱਕ ਅਜੀਬ ਤਰ੍ਹਾਂ ਦੀ ਹਾਲਤ ਪੈਦਾ ਕਰ ਦਿੱਤੀ। ਐਸੀ ਲਾਗ ਦੀ ਬਿਮਾਰੀ ਲੱਗੀ ਹੈ ਜੋ ਲੱਗਾ ਸਭ ਦੁਨੀਆ ਪਲਟ ਜਾਣੀ ਹੈ, ਬਦਲ ਜਾਣਾ। ਪਤਾ ਲੱਗਾ ਇਹਦੇ 'ਚੋਂ ਵੱਡਾ ਹਿੱਸਾ ਤੇ ਅਨਸਿਵਿਲਾਈਜ਼ ਤੇ ਅਨਹਿਊਮਨ ਸੀਗਾ। ਹਿਊਮੈਨਿਟੀ ਜਿਹੜੀ ਹੈ ਜਿਹਦਾ ਮਨੁੱਖ ਹੋਣ ਦਾ ਮਾਇਨਾ ਜਾਣੋ ਕੀ ਹੈ। ਮਨੁੱਖ ਹੋਣ ਦਾ ਮਾਇਨਾ ਇਹੀ ਹੈ ਕਿ ਇਹਦੇ ਵਿੱਚ ਸਿਵਿਕ ਵੈਲਿਊਜ਼ ਹੋ ਸਕਦੀਆਂ ਨੇ, ਸਿਵਲ ਬਿਹੇਵੀਅਰ ਦੀ ਤਵੱਕੋ ਕਰਦੇ ਹਾਂ ਅਸੀਂ। ਸਰਲ ਕਰਕੇ ਬਿਆਨ ਕਰਦਾ ਹਾਂ ਮੈਂ। ਕੋਈ ਆਪਨੇ ਪਿੰਡਾਂ ਥਾਵਾਂ 'ਤੇ ਇਸ ਤਰੀਕੇ ਨਾਲ ਜ਼ਰੂਰ ਦੇਖਿਆ ਹੋਏਗਾ, ਕੋਈ ਬੰਦਾ ਵੱਡੀ ਸਾਰੀ ਇੱਕ ਘਾਹ ਦੀ ਪੰਡ, ਬਿਗ ਐਕਚੁਅਲੀ ਬੰਡਲ ਆਫ ਏ ਗ੍ਰਾਸ ਕਹਿ ਲਓ, ਦੈਟ ਪਰਸਨ ਇਜ਼ ਕੈਰਿੰਗ ਔਨ ਹਿਜ਼ ਔਰ ਹਰ ਹੈਡ, ਸਿਰ 'ਤੇ ਚੁੱਕ ਕੇ ਲਈ ਜਾਂਦਾ। ਬਾਏ ਚਾਂਸ ਕੀ ਹੋਏ ਕਿ ਕੋਈ ਮੱਝ ਗਾਂ ਆਲੇ ਦੁਆਲੇ ਕਿਸੇ ਦੀ ਖੁੱਲ੍ਹ ਜਾਏ ਤੇ ਉਹਨੂੰ ਤੇ ਬਸ ਹਰੇ ਪੱਠੇ ਦਿਸਣਗੇ, ਉਹਨੂੰ ਲੱਗੇਗਾ ਹਾਂ ਵਾਕਿਆ 'ਚ ਭਾਈ ਤੇ ਹਰਾ ਘਾਹ ਆ। ਤੂੰ ਕਰੇਗੀ ਕੀ? ਦੌੜ ਕੇ ਜਾ ਕੇ ਉਹਦੇ ਪਿੱਛੋਂ ਹੀ ਜਿਹੜਾ ਹੈਗਾ ਇਸ ਤਰੀਕੇ ਨਾਲ ਚੱਕ ਮਾਰੇਗੀ, ਉਹਨੂੰ ਬਾਈਟ ਕਰੇਗੀ, ਖਿੱਚ ਲੇਗੀ, ਭਾਵੇਂ ਉਹ ਬੰਦੇ ਦੀ ਗਰਦਨ ਟੁੱਟ ਜਾਏ, ਉਹਨੂੰ ਕਾਹਦੀ ਘੇਰ ਹੈ। ਥੱਲੇ ਭਾਵੇਂ ਸਾਰਾ ਉੱਥੇ ਮੱਡ ਹੋਏ, ਦਲਦਲ ਹੋਏ, ਉਹਦੇ 'ਚ ਡਿੱਗ ਕੇ ਸਾਰਾ ਘਾਹ ਖਰਾਬ ਹੋ ਜਾਏ, ਉਹਨੂੰ ਕੋਈ ਪਤਾ ਨਹੀਂ ਹਾਊ ਟੂ ਬਿਹੇਵ। ਈਵਨ ਉਹ ਖਾਣਾ ਵੀ ਚਾਹੁੰਦੀ ਹੈ ਪਰ ਉਹਨੂੰ ਖਾਣ ਲਈ ਨਹੀਂ ਪਤਾ ਵੀ ਖਾਣ ਲੱਗਿਆ, ਬਲਕਿ ਹੋਏਗਾ ਕਿ ਮੈਂ ਇੱਕ ਬੁਰਕ ਮਾਰਾਂਗੀ, ਹੋ ਸਕਦਾ ਇੱਕ ਵੀ ਨਾ ਖਾਧਾ ਜਾਏ, ਅਗਲਾ ਬੰਦਾ ਮੈਨੂੰ ਡੰਡੇ ਨਾਲ ਕੁੱਟ ਦੇ। ਹੁਣ ਆਹ ਜਿਹੜੀ ਚੀਜ਼ ਆ ਇਹਦੇ ਮੁਕਾਬਲਤਨ ਮਨੁੱਖ ਆ, ਕੋਈ ਸਾਹਮਣੇ ਟੋਕਰਾ ਲੱਡੂਆਂ ਦਾ ਭਰ ਕੇ ਲਈ ਜਾਂਦਾ ਸਿਰ ਦੇ ਉੱਤੇ, ਬੰਦੇ ਨੇ ਵੇਖਿਆ ਵਾਓ ਐਕਚੁਅਲੀ ਇਹਨੂੰ ਲੱਡੂ, ਤੇ ਬੰਦੇ ਨੇ ਸੋਚਿਆ ਵੀ ਚਲੋ ਇੱਕ ਤਾਂ ਆਪਾਂ ਵੀ ਖਾ ਲਈਏ, ਏਡੇ ਲੱਡੂ ਟੋਕਰਾ ਲਈ ਜਾਂਦਾ। ਉਹ ਕੀ ਕਰੇਗਾ? ਸਿੰਪਲ ਜਿਹੇ ਲਵੇ ਨਾਲ ਇਹ ਕਹੇਗਾ ਵੀ ਉਹ ਏਡਾ ਟੋਕਰਾ ਲਈ ਜਾਣ, ਲਿਆ 2 ਲੱਡੂ ਮੈਨੂੰ ਵੀ ਦੇ ਦੇ, ਸਿੰਪਲ। ਜੇ ਐਵੇਂ ਨਾ ਵੀ ਕਰੇ ਤੇ ਕੀ ਕਰੇਗਾ? ਪਿੱਛੇ ਦੀ ਹੋਕੇ ਜੇ ਚੋਰੀ ਵੀ ਕਰੇਗਾ ਤੇ ਇਸ ਤਰੀਕੇ ਨਾਲ ਟੱਕੇਗਾ ਵੀ ਜਿਹੜਾ ਉਹਨੂੰ ਨਾ ਪਤਾ ਲੱਗੇ ਤੇ ਟੋਕਰਾ ਨਾ ਡਿੱਗ ਜੇ। ਇੱਕ ਸਿਵਲ ਬਿਹੇਵੀਅਰ ਆ, ਇਸ ਕਿਸਮ ਦੀ ਚੀਜ਼ ਆ। ਜਦੋਂ ਅਸੀਂ ਸਮਾਜ ਦੇ ਵਿੱਚ ਕੋਈ ਵੀ ਚੀਜ਼ ਵੇਖਦੇ ਹੈਗੇ ਆ, ਮਨੁੱਖ ਤੋਂ ਤਵੱਕੋ ਕੀਤੀ ਜਾਂਦੀ ਹੈ। ਜਿੱਥੇ ਕਿਤੇ ਮਨੁੱਖ ਵਾਈਲਡਨੈਸ ਜਿਹੜੀ ਹੈਗੀ, ਇੱਕ ਜਾਂਗਲੀਪੁਣਾ ਕਹਿ ਲਓ, ਵਹਿਸ਼ੀਪੁਣਾ ਕਹਿ ਲਓ, ਇਹ ਸਭ ਚੀਜ਼ਾਂ ਨੂੰ ਅਡਾਪਟ ਕਰਦਾ ਆ, ਤੇ ਫਿਰ ਇਹ ਵੀ ਇੱਕ ਲਾਗ ਦੀ ਬਿਮਾਰੀ ਦੀ ਤਰ੍ਹਾਂ ਫੈਲਦੀ ਆ। ਫਿਰ ਬੰਦਾ ਕਹਿੰਦਾ ਵੀ ਲੈ ਉਹਨੇ ਨਹੀਂ ਸ਼ਰਮ ਕੀਤੀ ਤੇ ਮੈਂ ਕਿਉਂ ਕਰਾਂ, ਉਹਨੇ ਨਹੀਂ ਆਹ ਕੰਮ ਕੀਤਾ ਤੇ ਮੈਂ ਕਿਉਂ ਕਰਾਂ। ਕਰਦਿਆਂ 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 ਇੱਕ ਲੈਵਲ ਐਸਾ ਆ ਜਾਂਦਾ ਬਿਲਕੁਲ ਜਿਹਨੂੰ ਕਹਿ ਲਓ ਕਿ ਇੱਕ ਅਨਾਰਕੀ ਜਿਹੜੀ ਹੈਗੀ, ਇੱਕ ਬਿਲਕੁਲ ਅਰਾਜਕਤਾ, ਇੱਕ ਉਹ ਹਾਲਤ ਜਿਹੜੀ ਜੰਗਲ ਨਾਲ ਵੀ ਬੁਰੀ ਬਣ ਜਾਂਦੀ ਹੈ। ਤੇ ਭਾਰਤੀ ਖਿੱਤੇ ਨੇ ਤੇ ਬਹੁਤ ਕੁਝ ਹੰਡਾਇਆ ਇਸ ਕਿਸਮ ਦੇ ਨਾਲ। ਲੋਕੀ ਲਰਨ ਨਹੀਂ ਨਾ ਕਰਦੇ, ਕਹਿੰਦੇ ਨੇ ਹਿਸਟਰੀ ਰਿਪੀਟਸ ਇਟਸੈਲਫ। ਇਤਿਹਾਸ ਆਪਣੇ ਆਪ ਵਿੱਚ ਬਹੁਤ ਕੁਝ ਸਿਖਾਉਂਦਾ, ਬੜਾ ਕੁਝ ਵਿਖਾਉਂਦਾ, ਪਰ ਬੰਦਾ ਉਹਨੂੰ ਜੇ ਸਮਝੇ, ਪੜ੍ਹੇ, ਅਹਿਸਾਸ ਕਰੇ ਤਾਂ ਹੀ ਹੈ। ਅਦਰਵਾਈਜ਼ ਚੀਜ਼ਾਂ ਜਿਹੜੀਆਂ ਨੇ ਉਹ ਗੜਬੜ ਹੋਈ ਜਾਂਦੀ ਉਸ ਤਰੀਕੇ ਦੇ ਨਾਲ। ਉਹ ਵੀ ਸਮਾਂ ਰਿਹਾ ਜਦੋਂ ਲੋਕੀ ਬਸਤੀ ਛੱਡ ਕੇ, ਜਿਹੜੇ ਲੋਕ ਜਿਹਨਾਂ ਨੂੰ ਕੁਝ ਸਮਝ ਲੱਗੀ, ਜਿਹੜੇ ਲੋਕ ਇੰਟੈਲੀਜੈਂਟ ਸੀਗੇ, ਜਿਹੜੇ ਲੋਕ ਵਾਈਜ਼ ਸੀਗੇ, ਜਿਹੜੇ ਲੋਕ ਕੁਝ ਹਿਊਮਨ ਕਾਈਂਡ ਆਫ ਲਾਈਫ ਇੰਜੋਏ ਕਰਨਾ ਚਾਹੁੰਦੇ ਸੀਗੇ, ਦੇ ਲੈਫਟ ਸੋਸਾਇਟੀ, ਦੇ ਵੈਂਟ ਟੂਵਰਡ ਜੰਗਲ। ਜੰਗਲਾਂ 'ਚ ਚਲੇ ਗਏ, ਕੰਦਰਾਂ 'ਚ ਚੜ੍ਹ ਗਏ, ਪਹਾੜਾਂ 'ਤੇ ਚੜ੍ਹ ਗਏ। ਜੇ ਉਹ ਸੁਸਾਇਟੀ 'ਚ ਕਿਵੇਂ ਰਹਾਂਗੇ? ਸੁਸਾਇਟੀ ਦੀ ਹਾਲਤ ਕਿਹੋ ਜਿਹੀ ਹੈ? ਇਤਨੀ ਬੁਰੀ ਬਦ ਹਾਲਤ ਆ। ਹੁਣ ਜਿਹੜੀ ਮੈਂ ਬਾਤ ਕੀਤੀ ਹੈ ਲਾਗ ਦੀ ਬਿਮਾਰੀ ਹੈ, ਜਿਵੇਂ ਕਹਿੰਦੇ ਨਾ ਵੀ ਕਰੋਨਾ ਜਿਹੜਾ ਇੱਕ ਦੂਜੇ ਤੋਂ ਲੱਗ ਜਾਂਦਾ ਹੈਗਾ ਆ, ਇਸ ਕਰਕੇ ਆਪਾਂ ਆਪਣਾ ਧਿਆਨ ਰੱਖੋ, ਦੂਜੇ ਨੂੰ ਨਾ ਦੇਵੋ, ਇਹ ਸਾਰੀ ਬਾਤ ਹੋ ਰਹੀ ਹੈ। ਜਿਹੜਾ ਇੱਕ ਦੂਜੇ ਤੋਂ ਬਿਹੇਵੀਅਰ ਦੀ ਟਰਾਂਸਫਰਮੇਸ਼ਨ ਹੈਗੀ ਹੈ, ਜਿਹੜੀ ਇਸ ਤਰੀਕੇ ਦਾ ਟਰਾਂਸਫਰ ਹੋਣਾ ਆ, ਇਹ ਤੇ ਬੜੀ ਫਾਸਟ ਹੁੰਦਾ ਆ। ਇਹ ਤੇ ਜ਼ਰੂਰੀ ਨਹੀਂ ਤੁਸੀਂ ਆਲੇ ਦੁਆਲੇ ਤੋਂ ਵੇਖਦਿਆਂ ਵੇਖਦਿਆਂ ਚੀਜ਼ਾਂ ਨੂੰ ਕਰ ਲੈਂਦੇ ਹੋ। ਮੈਂ ਥੋੜ੍ਹਾ ਜਿਹਾ ਸਿੰਪਲ ਕਰਕੇ ਐਗਜ਼ਾਮਪਲ ਕਰਦਾ ਹਾਂ। ਗੁਰੂ ਬਾਬਾ ਜੀ ਨੇ ਜਿਹੜਾ ਉਸ ਖਿੱਤੇ ਦੀ ਪੂਰੀ ਹੋਣੀ ਬਦਲੀ, ਮੈਨੂੰ ਤਾਂ ਪੂਰਾ ਜਿਹੜਾ ਹੈ ਉਹ ਟਰਾਂਸਫਰਮੇਸ਼ਨ ਕੀਤੀ। ਉਹ ਕਿਵੇਂ ਕੀਤੀ ਜੀ? ਆਪ ਅਹਿਸਾਸ ਕਰੋ, ਜਿਵੇਂ ਨਿਊਯਾਰਕ ਆ, ਨਿਊਯਾਰਕ ਦੇ ਵਿੱਚ ਇੱਕ ਆਮ ਕਰਕੇ ਗੱਲ ਕਹੀ ਜਾਂਦੀ ਹੈ ਵੀ ਇਫ ਯੂ ਹੈਵਨਟ ਬੀਨ ਰੋਬਡ ਐਟ ਲੀਸਟ ਟਵਾਈਸ, ਕਿਸੇ ਨੇ ਤੁਹਾਨੂੰ ਲੰਘਦਿਆਂ ਵੜਦਿਆਂ ਕਿਤੇ ਛੁਰੀ ਵਿਖਾ ਕੇ ਜਾਂ ਕਿਤੇ ਤੁਹਾਨੂੰ ਵੈਸੇ ਧਮਕਾ ਕੇ ਜੇ ਤੁਹਾਡਾ ਜਿਹੜਾ ਹੈਗਾ ਬਟਵਾ ਵਗੈਰਾ, ਜੇ ਵਾਲਟ ਵਗੈਰਾ ਨਹੀਂ ਨਾ ਖੋਇਆ, ਦੈਟ ਮੀਨ ਯੂ ਆਰ ਨੋਟ ਨਿਊਯਾਰਕਰ ਯੈਟ।
ਐਟਲੀਸਟ 2 ਕੁ ਵਾਰ ਤੇ ਐਵੇਂ ਹੋ ਜਾਏ, ਫਿਰ ਬੰਦੇ ਨੂੰ ਆਈਡੀਆ ਲੱਗ ਜਾਂਦਾ ਵੀ ਆਪਾਂ ਨਿਊਯਾਰਕ 'ਚ ਰਹਿੰਦੇ ਹਾਂ। ਵਰਲਡ ਦੀ ਜਿਹਨੂੰ ਕਹਿੰਦੇ ਆ ਕਿ ਇਕੋਨਮੀ ਦੀ ਕੈਪੀਟਲ ਆ, ਇਕਨੋਮਿਕਲ ਕੈਪੀਟਲ ਜਿਹਨੂੰ ਕਿਹਾ ਜਾਂਦਾ ਹੈ, ਉੱਥੇ ਇੱਕ ਆਮ ਕਲਚਰ ਹੈ, ਇੱਕ ਆਮ ਬਿਹੇਵੀਅਰ ਇਸ ਕਿਸਮ ਦਾ ਬਾਤ ਕੀਤੀ ਜਾਂਦੀ ਹੈ। ਇਹ ਕਿੱਥੋਂ ਆਇਆ? ਇਹ ਵਾਈਲਡਨੈਸ ਇੱਕ ਦਿਨ 'ਚ ਨਹੀਂ ਆ ਗਈ। ਇਹਨੂੰ ਇਸ ਤਰ੍ਹਾਂ ਜਾਣੋ ਕਿ ਜਦੋਂ ਇਹ ਸ਼ਹਿਰ ਇਸ ਤਰੀਕੇ ਨਾਲ ਉਸਰਨ ਲੱਗਾ, ਮਤਲਬ ਜਦੋਂ ਡੱਚ ਕੰਪਨੀ ਨੇ ਇਹਨੂੰ ਇਸ ਤਰੀਕੇ ਨਾਲ ਖਰੀਦੀ ਜਗ੍ਹਾ ਤੇ ਸਭ ਚੀਜ਼ਾਂ ਸ਼ੁਰੂ ਕੀਤੀਆਂ, ਹੌਲੀ ਹੌਲੀ ਕਰਦਿਆਂ ਇੱਥੇ ਵੱਡੀਆਂ ਵੱਡੀਆਂ ਹਾਈ ਰਾਈਜ਼ ਬਣਨੀਆਂ ਸ਼ੁਰੂ ਹੋ ਗਈਆਂ ਮੈਨਹਟਨ ਦੇ ਆਲੇ ਦੁਆਲੇ। ਹੁਣ ਉਹ ਕੀ ਹੈ, ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਇੱਕ ਬੰਦਾ ਮੋਸਟਲੀ ਓਨ ਕਰਦਾ, ਵੱਡੀ ਬਿਲਡਿੰਗ ਨੂੰ, ਵੱਡੇ ਉਸ ਜਿਹੜਾ ਹੈਗਾ, ਜਿਹੜਾ ਫਿਊਡਲ ਸਿਸਟਮ ਹੁੰਦਾ, ਜਿਵੇਂ ਮੋਸਟਲੀ ਪੀਪਲ ਆਰ ਰੈਂਟਿੰਗ ਦ ਪਲੇਸਿਸ। ਜਦੋਂ ਰੈਂਟ ਕਰਦੇ ਨੇ ਉੱਥੇ ਕੀ ਹੁੰਦਾ, ਕੋਈ ਗ੍ਰਿਫਿਟੀ ਹੁੰਦੀ ਥੋੜ੍ਹੀ ਬਹੁਤੀ, ਕੋਈ ਗ੍ਰੈਫਿਟੀ ਕਰ ਜਾਂਦਾ ਉੱਥੇ, ਕੋਈ ਪ੍ਰੋਪਰਟੀ ਵੈਂਡਲਾਈਜੇਸ਼ਨ ਹੁੰਦੀ ਹੈ, ਕੋਈ ਪ੍ਰੋਪਰਟੀ ਵੈਂਡਲਾਈਜ਼ ਕਰ ਜਾਂਦਾ ਹੈਗਾ। ਜਿਹੜਾ ਬੰਦਾ ਰੈਂਟ ਲਿਆ ਉਹ ਤਾਂ ਵੈਸੇ ਹੀ ਓਨਰ ਤੋਂ ਤੰਗ ਆ ਵੀ ਉਹਦੇ ਇੱਕ ਜਿਹੜਾ ਹੈਗਾ ਇੱਕ ਪੈਨੀ ਵੀ ਮੈਨੂੰ ਜਿਹੜਾ ਹੈਗਾ ਕਿਸੇ ਤਰੀਕੇ ਦੀ ਉਹ ਕੋਈ ਰਿਆਇਤ ਨਹੀਂ ਦਿੰਦਾ, ਕੋਈ ਮੈਨੂੰ ਕੋਈ ਸੇਵ ਨਹੀਂ ਕਰਨ ਦਿੰਦਾ। ਵਾਈ ਸ਼ੁਡ ਆਈ ਬੋਦਰ ਫਰੋਮ ਦੈਟ? ਉਹਨੇ ਆਪਣੇ ਆਪ ਨੂੰ ਕਿਉਂ ਬੋਦਰ ਕਰਨਾ ਚਾਹੀਦਾ? ਉਹਨੇ ਛੱਡ ਦਿੱਤਾ। ਜਿਹੜਾ ਓਨਰ ਆ ਉਹਨੇ ਸੋਚਿਆ ਛੱਡ ਪਰਾਂ, ਆਪਾਂ ਕਿਹੜਾ ਰਹਿਣਾ ਉੱਥੇ, ਗ੍ਰਿਫਟੀ ਹੁੰਦੀ ਹੋਣ ਦਿਓ, ਇੰਨੇ ਹੀ ਰਹਿਣਾ ਉੱਥੇ, ਗੰਦੀਆਂ ਹੁੰਦੀਆਂ ਨੇ ਕੰਧਾਂ ਹੁੰਦੀਆਂ ਰਹਿਣ, ਜਦੋਂ ਕਿਤੇ ਹੋਏਗਾ ਸਾਲ 2 ਸਾਲ 4 ਸਾਲ ਬਾਅਦ ਆਪਾਂ ਪੇਂਟ ਕਰ ਦਿਆਂਗੇ, ਕੀ ਫਰਕ ਪਏਗਾ? ਇੱਕ ਜਿਹੜਾ ਐਲੀਮੈਂਟ ਆ ਉਹ ਵਿੱਚ ਡਿਵੈਲਪ ਹੁੰਦਾ ਗਿਆ, ਜਿਹਨੂੰ ਕ੍ਰਿਮੀਨਲ ਐਲੀਮੈਂਟ ਕਹਿ ਲਓ। ਫਿਰ ਇੱਕ ਐਸਾ ਲੈਵਲ ਆਇਆ ਉਹਦੇ ਵਿੱਚੋਂ, ਫਿਰ ਉਹ ਗੈਂਗ ਬਣ ਗਏ, ਫਿਰ ਉਹ ਕ੍ਰਿਮੀਨਲ ਕਲਚਰ ਆ ਗਿਆ, ਫਿਰ ਉਹ ਸਭ ਚੀਜ਼ਾਂ ਆ ਗਈਆਂ ਤੇ ਲੋਕਾਂ ਨੇ ਐਕਸੈਪਟ ਕਰ ਲਿਆ, ਦੇਖਾ ਦੇਖੀ ਇਸ ਰੂਪ ਦੇ ਵਿੱਚ। ਹੁਣ ਇਸੇ ਚੀਜ਼ ਨੂੰ ਤੁਸੀਂ ਪੰਜਾਬ ਦੇ ਕੰਪੈਰੀਜ਼ਨ ਚ ਲਾਇਆ, ਹੋਇਆ ਕਿ ਫਿਊਡਲ ਸਿਸਟਮ ਸੀਗਾ, ਜ਼ਗੀਰਦਾਰ ਜ਼ਮੀਨਾਂ ਦੇ ਮਾਲਕ ਸੀ, ਲੋਕੀ ਮਜਾਰੇ ਸੀ ਵਾਹੁਣ ਵਾਲੇ, ਬਾਹਰੋਂ ਲਟੇਰੇ ਆਏ, ਸ਼ੁਰੂ ਤੋਂ ਫਸਲਾਂ ਲੁੱਟਣ ਵਾਸਤੇ ਆਏ। ਅਨਾਜ ਜਿਹੜਾ 6 ਮਹੀਨੇ ਬਾਅਦ ਪੈਦਾ ਹੁੰਦਾ, ਕਣਕ, ਝੋਨਾ, ਛੋਲੇ, ਮਕਈ, ਜੋ ਵੀ, ਉਹਨਾਂ ਨੇ ਆਉਣਾ, ਉਹਨਾਂ ਨੇ ਉੱਧਰੋਂ ਆਪਣਾ ਜਿਹੜੇ ਊਂਠ, ਖੱਚਰਾਂ, ਖੋਤੇ, ਬਲਦ, ਜੋ ਖੁਰਚੀਆਂ ਪਾਉਣੀਆਂ ਤੇ ਆ ਜਾਣਾ। ਉਹਨਾਂ ਨੇ ਆ ਕੇ ਬੋਲ ਲੁੱਟਣਾ ਸ਼ੁਰੂ ਕਰ ਦੇਣਾ। ਜਿਹੜਾ ਮਜਾਰਾ ਆ, mean kind of people who are working on the farm, that is kind of a slave, ਉੱਥੇ ਗੁਲਾਮ ਆ। ਉਹਨੂੰ ਪਤਾ ਆ ਕਿ ਇਹ ਫਸਲ ਮੇਰੇ ਵੱਲੋਂ ਜ਼ਗੀਰਦਾਰ ਲੈ ਜੇ, ਮੇਰੇ ਵੱਲੋਂ ਲਟੇਰਾ ਲੈ ਜੇ, who care, because I never own it, ਮੈਂ ਤੇ own ਹੀ ਨਹੀਂ ਕਰਦਾ ਇਹਨੂੰ। ਠੀਕ ਹੈ ਜੀ। ਜ਼ਗੀਰਦਾਰ ਉਹ ਸੋਚਦਾ ਹੈ ਵੀ ਕਾਦੇ ਲਈ ਐਵੇਂ ਆਪਣੇ ਬੰਦੇ ਮਰਵਾਣੇ ਨੇ, ਆਪ ਜਾ ਕੇ ਲੜਨਾ ਆ, ਆਪਾਂ ਕਿਹੜਾ ਮਿਹਨਤ ਕੀਤੀ ਹੈ, ਖੇਤਾਂ 'ਚ ਉੱਗੀ ਹੈ, ਉਗਾਇਆ ਇਹਨਾਂ ਨੇ ਆ, ਆਪਾਂ ਤੇ ਪਸੀਨਾ ਨਹੀਂ ਵਹਾਇਆ ਇਹਦੇ ਵਾਸਤੇ, ਆਪਾਂ ਖੂਨ ਕਿਉਂ ਵਹਾਵਾਂਗੇ ਇਹਦੇ ਵਾਸਤੇ, ਹੂ ਕੇਅਰ, ਲਿਜਾਂਦੇ ਲੁੱਟ ਕੇ ਲਿਜਾਣ ਦਿਓ, ਅਗਲੇ ਸਾਲ ਹੋਰ ਫਸਲ ਹੋ ਜਾਏਗੀ। ਕਲਚਰ ਡਿਵੈਲਪ ਹੋ ਗਿਆ, ਇੱਕ ਲਟੇਰੇ ਆਉਂਦੇ ਰਹੇ, ਲੁੱਟਦੇ ਰਹੇ, ਅਖੀਰ ਹਾਲਤ ਇਹ ਬਣ ਗਈ ਉੱਥੇ ਕੁਛ ਵੀ ਸੇਫ ਨਾ ਰਿਹਾ, ਨਾ ਮੰਦਰ, ਨਾ ਜਗੀਰਦਾਰ, ਨਾ ਸ਼ਹਿਰ, ਕੁਛ ਵੀ ਨਹੀਂ। ਗੁਰੂ ਬਾਬਾ ਜੀ ਨੇ ਬੇਸਿਕ ਤੋਂ ਸ਼ੁਰੂ ਕੀਤਾ, ਫਿਰ ਦੁਬਾਰਾ ਬੇਸਿਕ ਤੋਂ ਕਿੱਥੋਂ? ਕਰਤਾਰਪੁਰ ਵਸਾਇਆ। ਕਰਤਾਰਪੁਰ ਲੋਕਾਂ ਨੂੰ ਜ਼ਮੀਨ ਦਿੱਤੀ। ਜਦੋਂ ਕਰਤਾਰਪੁਰ ਜ਼ਮੀਨ ਦਿੱਤੀ ਗੁਰੂ ਸਾਹਿਬ ਨੇ, ਪੀਪਲ ਆਸਕਡ ਬਾਬਾ ਨਾਨਕ ਜੀ, ਇਹ ਜ਼ਮੀਨਾਂ ਦੀ ਮਲਕੀਅਤ ਐਵੇਂ ਨਹੀਂ ਆਈ, farmers who are struggling over there, we should actually at least feel little bit their pain. ਜਿਹੜੀ ਇਸ ਧਰਤੀ ਦੇ ਉੱਤੇ ਓਨਰਸ਼ਿਪ ਆ, ਹਾਲਾਂਕਿ ਕਰਤਾਰ ਦੀ ਹੈ, ਪਰ ਸਾਹਿਬ ਜ਼ਿਕਰ ਕਰਦੇ ਸਗਲੀ ਧਰਤੀ ਸਾਧ ਕੀ ਹੈ, ਸਭ ਦੀ ਸਾਂਝੀ ਹੈ। ਇਹਦੇ 'ਚ ਕੋਈ 1-2% ਬੰਦੇ ਆ ਜਾਣ ਤਾਂ ਸਾਰਾ ਐਲੀਟ ਓਨ ਕਰਨ ਲੱਗ ਜੇ ਸਾਰਾ ਕੁਝ, ਤੇ ਬਾਕੀ ਲੋਕ ਜਿਹੜੇ ਨੇ ਉਹ ਤੇ ਜਸਟ ਇੱਕ ਸਲੇਵ ਬਣ ਕੇ ਰਹਿ ਜਾਣਗੇ। ਗੁਰੂ ਬਾਬਾ ਜੀ ਨੇ ਕੀ ਕੀਤਾ? ਗੁਰੂ ਬਾਬਾ ਜੀ ਨੇ ਕਰਤਾਰਪੁਰ ਵਸਾਇਆ ਤੇ ਕਿਹਾ ਆਓ ਇਸ ਨਗਰ 'ਚ ਆ ਕੇ ਵਸੋ। ਲੋਕਾਂ ਕਿਹਾ ਬਾਬਾ ਜੀ ਤੁਸੀਂ ਮੁਜਾਰੇ ਵਸਾ ਰਹੇ ਹੋ? ਬਾਬਾ ਜੀ ਕਹਿੰਦੇ ਨਹੀਂ, ਕਿਰਤੀ। What is the difference between Mujare and Kirti? Mujare are kind of slave, and Kirti who own their actually earning. They can bargain on their actually skills, on their actually stuff. So they are the real owner of their own actually ਜਿਹੜਾ ਹੈਗਾ ਉਹਨਾਂ ਦਾ ਜਿਹੜਾ ਉਹਨਾਂ ਦੀ ਕੈਪੀਟਲ ਬਣਦਾ ਉਸ ਤਰੀਕੇ ਦੇ ਨਾਲ। ਗੁਰੂ ਬਾਬਾ ਜੀ ਨੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਜ਼ਮੀਨਾਂ ਦੇ ਕੇ ਕਿਹਾ ਇਹਨਾਂ ਨੂੰ ਤੁਸੀਂ ਵਾਹੋ। ਪਹਿਲੀ ਫਸਲ ਪੈਦਾ ਹੋਈ ਝੋਨੇ ਦੀ ਤੇ ਮਕਈ ਦੀ।
ਅਸੀਂ ਹਿਸਟਰੀ 'ਚ ਪੜ੍ਹਦੇ ਹਾਂ। ਅਤੇ ਜਦੋਂ ਮਕਈ ਦੇ ਵੱਡੇ ਵੱਡੇ ਕੁੱਪ ਕਹਿੰਦੇ ਪੰਜਾਬੀ ਦੇ 'ਚ ਲਗਾ ਦੇਣੇ, ਇਸ ਤਰੀਕੇ ਨਾਲ ਸਾਰੀ ਮਕਈ ਕੱਟ ਕੇ ਅਤੇ ਉਹ ਇਕੱਠੀ ਕਰ ਦਿੱਤੀ। ਜਿਹੜਾ ਹੈਗਾ ਮਤਲਬ ਕੌਰਨ ਵਾਲਾ ਹਿੱਸਾ ਹੁੰਦਾ ਉਹ ਇਕੱਲਾ ਨਹੀਂ, ਸਾਰੀ ਪਲਾਂਟ ਜਿਹੜਾ ਹੈਗਾ ਕੱਟਿਆ ਅਤੇ ਕੱਟ ਕੇ ਇਕੱਠਾ ਕਰ ਦਿੱਤਾ, ਗੱਠਾਂ ਬੰਨ੍ਹਤੀਆਂ ਉਹਦੀਆਂ ਬੰਡਲ ਬੰਨ੍ਹ ਕੇ। ਅਤੇ ਬਾਬਾ ਜੀ ਨੇ ਕਿਹਾ, ਅਸੀਂ ਕੁਝ ਹਿਸਟੋਰੀਕਲੀ ਰਾਈਟਿੰਗਸ 'ਚ ਪੜ੍ਹਦੇ ਹਾਂ, ਬਾਬਾ ਜੀ ਨੇ ਕਿਹਾ ਅੱਛਾ ਇਕੱਠੇ ਕਰਤੇ, ਅੱਛਾ ਇਹਨੂੰ ਅੱਗ ਲਾ ਦਿਓ, ਸਾੜ ਦਿਓ। ਉਹਨਾਂ ਕਿਹਾ ਬਾਬਾ ਜੀ ਇਹ ਕੀ ਕਹਿ ਰਹੇ ਹੋ ਤੁਸੀਂ, ਤੁਹਾਨੂੰ ਪਤਾ ਕਿੰਨੀ ਮਿਹਨਤ ਕੀਤੀ ਅਸੀਂ ਤੇ ਰਾਤ ਦਿਨ ਇੱਕ ਕਰਕੇ ਐਵੇਂ ਕੋਈ ਆਪਣੀ ਔਲਾਦ ਨਹੀਂ ਪਾਲਦਾ ਜਿਵੇਂ ਅਸੀਂ ਫਸਲ ਪਾਲੀ ਹੈ। ਬਾਬਾ ਜੀ ਪਲੀਜ਼ ਐਵੇਂ ਨਾ ਕਹੋ ਸਾਨੂੰ। ਬਾਬਾ ਜੀ ਮੁਸਕਰਾਏ ਤੇ ਮੁਸਕਰਾ ਕੇ ਕਹਿਣ ਲੱਗੇ ਬਸ ਗੱਲ ਬਣ ਜਾਏਗੀ ਹੁਣ। ਜੇ ਤੁਸੀਂ ਆਪਣੀ ਫਸਲ ਨੂੰ, ਆਪਣੇ ਹੱਥੀਂ ਪਾਲੀ ਹੋਈ ਸਾਰੀ ਚੀਜ਼ ਨੂੰ ਇਸ ਤਰੀਕੇ ਨਾਲ ਉਜੜਦਿਆਂ ਹੋਇਆਂ, ਇਸ ਤਰੀਕੇ ਨਾਲ ਸੜਦਿਆਂ ਹੋਇਆਂ ਨਹੀਂ ਵੇਖ ਸਕਦੇ, ਕੱਲ ਨੂੰ ਕੋਈ ਲੁਟੇਰਾ ਲੁੱਟਣ ਲਈ ਆਏਗਾ, ਤੁਸੀਂ ਉਹਦੇ ਨਾਲ ਲੜ ਪਓਗੇ। ਇੱਥੋਂ ਰਾਖੀ ਪੈਦਾ ਹੋਏਗੀ, ਇੱਥੋਂ ਆਏਗਾ ਤੁਹਾਡੇ ਅੰਦਰ ਜਜ਼ਬਾ ਵੀ ਹਾਊ ਕੈਨ ਯੂ ਐਕਚੁਅਲੀ ਕ੍ਰਾਸ ਦਿਸ ਲਾਈਨ, ਨੋ ਆਈ ਵਿਲ ਨਾਟ ਅਲਾਉ ਯੂ। ਜੋ ਸਾਹਿਬ ਬਾਣੀ 'ਚ ਭਗਤ ਜੀ ਬਿਆਨ ਕਰਦੇ, ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੈ। ਬੰਦਾ ਕਾਰ ਓਨ ਕਰਦਾ ਹੋਇਆ ਆਪਣੀ ਤੇ ਕੋਈ ਆ ਕੇ ਸਕ੍ਰੈਚ ਕਰਦੇ, ਬੰਦਾ ਕਹੇਗਾ ਤੂੰ ਹੈ ਨਹੀਂ ਆ ਮੈਂ ਨਹੀਂ, ਵਾਈ ਡਿਡ ਯੂ ਡੂ ਦੈਟ, ਹਾਊ ਕੈਨ ਯੂ ਵੈਂਡਲਾਈਜ਼ ਮਾਈ ਪ੍ਰੋਪਰਟੀ, ਯੂ ਹੈਵ ਟੂ ਪੇ ਇਟ। ਇਹ ਜਿਹੜੀ ਚੀਜ਼ ਆ ਇਹਦੇ ਨਾਲ ਬੰਦੇ ਦੇ 'ਚ ਇੱਕ ਜਿਹਨੂੰ ਅਸੀਂ ਡਿਗਨਿਟੀ ਕਹਿੰਦੇ ਹਾਂ, ਸੈਲਫ ਰਿਸਪੈਕਟ। ਅਦਰਵਾਈਜ਼ ਬੰਦਾ ਕੀ ਹੈ, ਬੰਦੇ ਨੂੰ ਜੋ ਮਰਜ਼ੀ ਕਹਿ ਦਿਓ ਤੇ ਸਲੇਵ ਹੋ ਜਾਏਗਾ ਉਸ ਰੂਪ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਮੈਂ ਬੇਸਿਕ ਤੇ ਫਿਰ ਆ ਜਾਵਾਂ, ਇਹ ਹੈਗਾ ਕਿ ਹਰ ਚੀਜ਼ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਰਿਫਲੈਕਸ਼ਨ ਉਹ ਜਾਂਦੀ ਹੈ, ਚੰਗੇ ਦੀ ਵੀ ਤੇ ਮਾੜੇ ਦੀ ਵੀ। ਜੇ ਹੂ ਕੇਅਰ ਇਹ ਵਾਲਾ ਕਲਚਰ ਆਉਣਾ ਸ਼ੁਰੂ ਹੋ ਜਾਏ ਤੇ ਹੂ ਕੇਅਰ ਕਰਦਿਆਂ ਬੰਦਾ ਉਸ ਲੈਵਲ ਤੇ ਚਲਾ ਜਾਂਦਾ ਜਿੱਥੇ ਪਤਾ ਲੱਗਦਾ ਕਿ ਸਾਰੀ ਸੁਸਾਇਟੀ ਕੇਅਰਲੈਸ ਹੋ ਗਈ ਹੈ। ਤੇ ਸਾਰੀ ਸੁਸਾਇਟੀ ਕੇਅਰਲੈਸ ਹੋ ਗਈ ਤੇ ਦੈਨ ਜਿਹੜਾ ਕੇਓਸ ਹੈ, ਜਿਹੜਾ ਮਤਲਬ ਅਲਾਮਤ ਆ, ਉਹ ਤੇ ਆਈ ਖੜੀ। ਉਹ ਤੇ ਤੁਸੀਂ ਉੱਥੇ ਦੇਖਿਆ ਹੀ ਹੈ ਸਾਰਾ ਕੁਝ ਉਸ ਰੂਪ ਦੇ ਵਿੱਚ ਵੀ ਰੋਡ ਦੇ ਉੱਤੇ 2 ਲੇਨ ਬਣਾਈਆਂ ਨੇ ਚਲਾਉਣ ਵਾਸਤੇ, 6 ਲੇਨ 'ਚ ਗੱਡੀਆਂ ਚੱਲ ਰਹੀਆਂ ਨੇ, ਲਾਈਟਾਂ ਲਾਈਆਂ ਨੇ ਰੋਕਣ ਵਾਸਤੇ। ਹੂ ਕੇਅਰ, ਕੇਓਸ ਇਹੀ ਹੁੰਦਾ ਹੈ ਨਾ, ਕਿਸੇ ਇੰਤਜ਼ਾਮੀਅਤ ਵਿੱਚ, ਕਿਸੇ ਸਾਰੇ ਰੂਪ ਦੇ 'ਚ। ਤੇ ਫਿਰ ਕੀ ਹੈ, ਇਹ ਲਾਗ ਦੀ ਬਿਮਾਰੀ ਹੈ ਵੀ ਜੇ ਉਹ ਬੰਦਾ ਸਿਗਨਲ ਦੀ ਕੇਅਰ ਨਹੀਂ ਕਰਦਾ, ਵਾਈ ਡੂ ਆਈ ਕੇਅਰ। ਇਹ ਹੈ ਬੰਦੇ ਅਹਿਸਾਸ ਕਰ, ਮਾੜਾ ਜਿਹੜਾ ਹੁੰਦਾ ਆ ਇਹ ਇਕੱਲਾ ਆਪ ਕਰਨਾ ਨਹੀਂ ਹੁੰਦਾ, ਆਪ ਮਾੜਾ ਕਰਕੇ ਦੂਜਿਆਂ ਨੂੰ ਪ੍ਰੇਰਨਾ, ਇਹ ਪਾਪ ਹੈ। ਇਹਦੀ ਸਜ਼ਾ ਐਕਚੁਅਲ ਲੈਵਲ ਤੇ ਸਮਟਾਈਮ ਪੀਪਲ ਆਸਕ ਮੀ, ਭਾਈ ਸਾਹਿਬ ਵਾਟ ਇਜ਼ ਦ ਡਿਫਰੈਂਸ ਬਿਟਵੀਨ ਕ੍ਰਾਈਮ ਐਂਡ ਸਿਨ। ਕ੍ਰਾਈਮ ਬਾਰੇ ਲੋਕੀ ਕਈ ਵਾਰੀ ਬੜੀ ਸਿੰਪਲ ਜੀ ਡੈਫੀਨੇਸ਼ਨ ਦਿੰਦੇ ਵੀ ਕ੍ਰਾਈਮ ਵਿਚ ਸੋਸਾਇਟੀ ਔਰ ਲੀਗਲ ਅਥਾਰਟੀਜ਼ ਕੈਨ ਐਕਚੁਅਲੀ ਫਾਈਂਡ ਆਊਟ ਦੈਟ ਇਜ਼ ਕ੍ਰਾਈਮ ਐਂਡ ਦੇ ਕੈਨ ਐਕਚੁਅਲੀ ਪਨਿਸ਼। ਬਟ ਐਟ ਦ ਸੇਮ ਟਾਈਮ ਸਿਨ ਕਹਿੰਦੇ ਨੇ ਕਿ ਜਿਹੜਾ ਸੋਸਾਇਟੀ ਵੀ ਫਾਈਂਡ ਆਊਟ ਨਹੀਂ ਕਰ ਪਾਉਂਦੀ ਤੇ ਲੀਗਲ ਅਥਾਰਟੀਜ਼ ਵੀ ਨਹੀਂ, ਬਟ ਦੈਟ ਇਜ਼ ਸਿਨ। ਪਰ ਹਕੀਕਤ ਇਹ ਹੈ, ਜਿਹਨੂੰ ਡੀਪ ਲੈਵਲ ਤੇ ਦੇਖੋ, ਹਰ ਕ੍ਰਾਈਮ ਪਾਪ ਹੈ ਤੇ ਬਹੁਤ ਵੱਡਾ ਪਾਪ ਹੈ। ਤੇ ਹਰ ਜਿਹੜਾ ਪਾਪ ਆ ਉਹ ਇੱਕ ਗੁਨਾਹ ਹੈ। ਤੇ ਗੁਨਾਹ ਕਿਸ ਲੈਵਲ ਤੇ ਹੈ ਆਪ ਅਹਿਸਾਸ ਨਹੀਂ ਕਰ ਸਕਦੇ। ਜਿਵੇਂ ਮੈਂ ਇੱਕ ਮੋਮਨ ਲਖਾਰੀ ਨੂੰ ਕੋਟ ਕਰਾਂ ਇੱਥੇ, ਖਲੀਲ ਜ਼ਿਬਰਾਨ, ਅੱਜ ਵੀ ਲੋਕੀ ਅਮਰੀਕਾ ਵਗੈਰਾ ਜਾਂ ਕਮਲਿਆਂ ਵਾਂਗੂ ਪੜ੍ਹਦੇ ਹੋ ਬੰਦੇ ਨੂੰ। ਉਹਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਖਲੀਲ, ਜੇ ਆਪਾਂ ਕੋਈ ਮਾੜਾ ਕੰਮ ਕਰਦੇ ਹਾਂ, ਸਪੋਜ਼ ਮੈਂ ਨਾ $20 ਦੀ ਚੋਰੀ ਕੀਤੀ, ਆਈ ਐਕਚੁਅਲੀ ਮੇਕ ਸਮ ਕਾਈਂਡ ਆਫ ਥੈਫਟ ਐਕਟ ਆਫ $20, ਤੇ ਉਹਦੇ 'ਚ ਹੋਇਆ ਇਹ ਕਿ ਮੈਂ $20 ਦੀ ਬਜਾਏ $40 ਪੇ ਬੈਕ ਕਰ ਦਿੱਤੇ ਕਿਸੇ ਹੋਰ ਤਰੀਕੇ ਦੇ ਨਾਲ। ਦੈਨ ਜਿਹੜਾ ਮੇਰਾ ਗੁਨਾਹ ਸੀਗਾ, ਜਿਹੜਾ ਮੇਰਾ ਪਾਪ ਸੀਗਾ, ਦੈਟ ਇਜ਼ ਐਕਚੁਅਲੀ ਫਿਨਿਸ਼ਡ, ਉਹ ਖਤਮ ਹੋ ਗਿਆ। ਉਹ ਥੋੜ੍ਹੀ ਦੇਰ ਬਾਅਦ ਸੋਚ ਕੇ ਕਹਿੰਦੇ ਨਹੀਂ, ਐਕਚੁਅਲੀ ਤੂੰ ਜੋ ਕਿਸੇ ਦਾ ਨੁਕਸਾਨ ਹੋਇਆ ਸੀਗਾ ਥੋੜ੍ਹਾ ਬਹੁਤਾ, ਉਹ ਤੇ ਭਰ ਦਿੱਤਾ। ਇਨੀਸ਼ੀਅਲ ਸਟੇਜ ਤੇ ਇਹ ਹੋ ਸਕਦਾ ਹੈ ਕਿ ਹਾਂ ਉਸ ਬੰਦੇ ਨੂੰ ਕੁਝ, ਉਸ ਬੰਦੇ ਦੇ ਮਨ ਦੇ ਵਿੱਚ ਤੇਰੇ ਪ੍ਰਤੀ ਕੁਝ ਕੰਪੈਸ਼ਨ, ਕੁਝ ਉਸ ਕਿਸਮ ਦੀ ਬਾਤ ਆ ਜਾਏ ਤੇ ਉਹ ਫੋਰਗਿਵਨੈਸ ਦੇ ਲੈਵਲ ਤੇ ਆ ਜਾਏ, ਪਰ ਪਾਪ ਨਹੀਂ ਮਿਟਿਆ। ਉਹ ਕਹਿੰਦਾ ਉਹ ਕਿਉਂ? ਉਹ ਕਹਿੰਦਾ ਇਸ ਕਰਕੇ ਕਿਉਂਕਿ ਤੇਰਾ ਜਿਹੜਾ ਇਹ ਐਕਟ ਆ, ਇਹ ਕਿੰਨੇ ਹੋਰ ਲੋਕਾਂ ਨੂੰ
ਇਨਸਪਾਇਰ ਕਰ ਗਿਆ ਉਹੋ ਜਿਹਾ ਕੰਮ ਕਰਨ ਵਾਸਤੇ, ਉਹ ਸਾਰੇ ਨੂੰ ਕਾਊਂਟ ਕਰ। ਤੈਨੂੰ ਵੇਖ ਕੇ ਜਿਹੜੇ 50, 100, 200, 400 ਬੰਦਾ, ਸਮਝੋ ਕਿੰਨਾ। ਇਸੇ ਕਰਕੇ ਲੋਕੀ ਕਹਿੰਦੇ ਬੜਾ ਵੱਧਦਾ ਆ, ਬੜਾ ਫੁੱਲਦਾ ਆ। ਹੁਣ ਮੈਂ ਕਈ ਵਾਰੀ ਸੀਨੀਅਰਸ ਨੂੰ, ਖਾਸ ਸੀਨੀਅਰਸ ਮੇਨ ਜਿਹੜੇ ਬੱਚੇ ਜਿਹੜੇ ਥੋੜ੍ਹੇ ਜਿਹੇ ਮੈਚਿਓਰ ਨੇ, ਹਰ ਏਜ ਦੇ ਵਿੱਚ ਸੀਨੀਅਰ ਗਰੁੱਪ ਮਿਲ ਜਾਂਦਾ ਤੁਹਾਨੂੰ। ਸਕੂਲਾਂ ਦੇ ਵਿੱਚ, ਵਰਕ ਪਲੇਸਿਸ ਦੇ ਵਿੱਚ ਸੀਨੀਅਰਟੀ ਮਿਲਦੀ ਹੈ, ਪਰਿਵਾਰਾਂ ਦੇ ਵਿੱਚ, ਹਰ ਥਾਂ ਦੇ ਉੱਤੇ। ਮੈਨੂੰ ਅਹਿਸਾਸ ਆ, ਅੱਜ ਕੱਲ੍ਹ ਅਸੀਂ ਇੱਥੇ, ਮੈਂ ਯੰਗਸਟਰਸ ਨਾਲ ਡੀਲ ਕਰਦਾ ਅਤੇ ਮੈਂ ਦੇਖਦਾ ਹਾਂ ਕਿੰਨੇ ਵਲਨਰੇਬਲ ਨੇ ਹੈਗੇ ਨੇ ਵਿਚਾਰੇ। ਉਹ ਸਾਡਾ ਟਾਈਮ ਸੀਗਾ, ਟੋਟਲੀ ਐਕਚੁਅਲੀ we were going from a very rural areas, actually when we go in school that time, ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ, ਅਤੇ ਉਹਦੇ 'ਚ ਹੁੰਦਾ ਇਹ ਸੀਗਾ ਕਿ ਸਕੂਲਾਂ ਵਿੱਚ ਜਾਣਾ, ਉੱਥੇ ਕੁਝ ਸੀਨੀਅਰ ਕਲਾਸਿਸ ਦੇ ਸਟੂਡੈਂਟਸ ਹੁੰਦੇ ਸੀਗੇ, ਅਤੇ ਮੈਨੂੰ ਪੱਕਾ ਯਾਦ ਆ ਕਿਸੇ ਨੇ ਕੋਈ ਸ਼ਰਾਰਤ ਕਰਨ ਵਾਸਤੇ ਕਹਿਣਾ, ਕਿਸੇ ਨੇ ਕੁਝ ਕਹਿਣਾ ਵੀ ਕਲਾਸਿਸ ਨਹੀਂ ਪੜ੍ਹਨੀਆਂ, ਇਸ ਤਰ੍ਹਾਂ ਨਹੀਂ। ਉਹਨਾਂ ਨੇ ਬਕਾਇਦਾ ਤੌਰ 'ਤੇ ਇਹ ਕਹਿਣਾ, ਖਬਰਦਾਰ, ਤੁਹਾਨੂੰ ਪਤਾ ਆ ਜੇ ਦੇਖ ਲਿਆ ਨਾ ਤੁਸੀਂ ਸੱਜੇ ਖੱਬੇ ਤੁਰਦੇ ਫਿਰਦੇ, ਤੇ ਸਾਡੇ ਤੋਂ ਬੁਰਾ ਕੋਈ ਨਹੀਂ, ਪੜ੍ਹਾਈ ਕਰਨ ਵਾਸਤੇ ਪੜ੍ਹਾਈ ਕਰੋ, ਫਲਾਣਾ ਕੰਮ ਕਰੋ। ਜੇ ਕਿਸੇ ਨੇ ਮਾੜਾ ਜਿਹਾ ਵੀ ਕਹਿਣਾ ਕਿ ਓਕੇ ਇਹਨਾਂ ਬੱਚਿਆਂ ਨੂੰ ਆਪਾਂ ਖਰਾਬ ਕਰਦੇ ਹਾਂ, ਕਈ ਵਾਰ ਜਿਹੜੇ ਬੰਦੇ ਆਪ ਖਰਾਬ ਨੇ ਉਹਨਾਂ ਨੇ ਕਹਿਣਾ ਯੂ ਕੈਨ ਨਾਟ ਡੂ ਇਟ ਐਟ ਆਲ। ਇਸ ਕਿਸਮ ਦੀ, ਇਹਨੂੰ ਅਸੀਂ ਕੀ ਕਹਿੰਦੇ ਹਾਂ? ਇਹਨੂੰ ਅਸੀਂ ਕਹਿੰਦੇ ਹਾਂ ਮੈਂਟਰਿੰਗ। ਜਦੋਂ ਇਹੋ ਜਿਹੇ ਤੁਹਾਨੂੰ ਮੈਂਟਰ ਮਿਲ ਜਾਣ ਆਲੇ ਦੁਆਲੇ, ਜ਼ਿੰਦਗੀ ਆਪਣੇ ਆਪ ਸੁਧਰ ਜਾਂਦੀ ਹੈ। ਜਿਹੜੇ ਬੰਦੇ ਪ੍ਰੇਰਦੇ, ਜਿਹੜੇ ਬੰਦੇ ਇਨਸਪੀਰੇਸ਼ਨਸ ਦਿੰਦੇ, ਅੱਜ ਸੁਸਾਇਟੀ 'ਚ ਇਸੇ ਮੈਂਟਰਸ਼ਿਪ ਦੀ ਕਮੀ ਪੈ ਗਈ ਹੈ। ਉਹ ਰੋਲ ਨਹੀਂ ਪਹਿਚਾਨ ਰਹੇ। ਰੋਲ ਸਿਰਫ ਇਹ ਨਹੀਂ ਹੁੰਦਾ ਸੁਸਾਇਟੀ 'ਚ ਕੰਟਰੀਬਿਊਟ ਕਰਨ ਦਾ ਕਿ ਮੈਂ ਇੱਕ ਪ੍ਰੋਫੈਸ਼ਨਲ ਬਣ ਜਾ, ਮੈਂ ਇੱਕ ਸਕਾਲਰ ਬਣ ਜਾ, ਮੈਂ ਇੱਕ ਕੋਈ ਖਾਸ ਕਿਸਮ ਦੇ ਨਾਲ ਕੋਈ ਮਨੀ ਅਰਨਰ ਕਰਨ ਬਣ ਜਾ, ਉਸ ਲੈਵਲ ਦਾ ਬ੍ਰੈਡ ਵਿਨਰਸ ਬਣ ਜਾ, ਮੈਂ ਉਸ ਕਿਸਮ ਦੇ ਆਪਣੀ ਜੌਬ ਵਗੈਰਾ ਕਰਨ ਲੱਗਾ। ਦੈਟ ਇਜ਼ ਨੋਟ ਐਨਫ। ਅਸਲ ਰੂਪ ਵਿੱਚ ਤੂੰ ਦੂਜਿਆਂ ਨੂੰ ਕੀ ਪ੍ਰੇਰ ਰਿਹਾ ਹੈ, ਦੂਜਿਆਂ ਨੂੰ ਕੀ ਸਿਖਾ ਰਿਹਾ ਹੈ, ਤੇ ਇਹ ਸਿਖਾਉਣਾ, ਸਿੱਖ ਹੋਣਾ ਮਲਟੀਪਲ ਲੈਵਲ 'ਤੇ। ਇਹ ਚੀਜ਼ਾਂ ਨੇ। ਬਲਕਿ ਜਿਨ੍ਹਾਂ ਦੇ ਕੋਲ ਘਰਾਂ ਦੇ ਵਿੱਚ ਕੋਈ ਚੰਗੀ ਐਜੂਕੇਸ਼ਨ ਆ, people who are well off from their actually in their families, people who have more resources, people who are more intelligent, they have more responsibilities. ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਹੈ, ਉਹਨਾਂ ਨੂੰ ਜ਼ਿਆਦਾ ਚਾਹੀਦਾ ਹੈਗਾ ਦੂਜਿਆਂ ਨੂੰ ਸਹੀ ਪਾਸੇ ਲਾਣਾ, ਪ੍ਰੇਰਨਾ, ਦਰਸਾਉਣਾ, ਸਮਝਾਉਣਾ। ਇਹੀ ਧਰਮ ਹੈ। ਨਹੀਂ ਤੇ ਜੇ ਬੰਦਾ ਸੈਲਫਿਸ਼ ਹੋ ਗਿਆ, ਨਿਜਵਾਦੀ ਹੋ ਗਿਆ, ਤੇ ਅਲਟੀਮੇਟਲੀ ਰਹਿਣਾ ਤੇ ਇਸੇ ਸੁਸਾਇਟੀ ਵਿੱਚ ਹੈ ਨਾ। ਤੁਸੀਂ ਜੋ ਮਰਜ਼ੀ ਅਰਨ ਕਰ ਲਓ, ਜੋ ਮਰਜ਼ੀ ਕਮਾ ਲਵੋ, ਜੇ ਸੁਸਾਇਟੀ 'ਚ ਕਿਓਸ ਬਣਿਆ ਪਿਆ, ਸਾਰੀ ਹਾਲਤ ਬੁਰੀ ਹੈ, ਤੇ ਫਿਰ ਕਿੱਥੇ ਜਾਓਗੇ? ਥਰਡ ਵਰਲਡ ਕੰਟਰੀਜ਼ ਦੇ ਵਿੱਚੋਂ ਲੋਕੀ ਭੱਜ ਕੇ ਮਿਡਲ ਈਸਟ ਤੋਂ ਤੇ ਹੋਰ ਜਗ੍ਹਾ ਤੋਂ ਇੱਥੇ ਆ ਜਾਂਦੇ ਸੀਗੇ। ਕੱਲ੍ਹ ਵੀ ਮੈਂ ਕਹਿ ਰਿਹਾ ਸੀਗਾ, ਇੱਥੇ ਬਾਤ ਹੋ ਰਹੀ ਹੈ ਕਿ ਜਿਹੜੇ ਬੈਡ ਬੋਇਜ਼ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਟੇ ਬੈਕ ਬਟ ਸਟੇ ਸਟੈਂਡ ਬਾਏ। ਕੀ ਹੋਏਗਾ ਜਦੋਂ ਇੱਥੇ ਇਹੋ ਜਿਹੀ ਸੁਸਾਇਟੀ ਬਣੇਗੀ? ਦੈਨ ਕਿੱਥੇ ਜਾਵਾਂਗੇ? ਵੇਅਰ ਟੂ ਗੋ? ਇਹ ਸਾਰੀ ਹਿਊਮੈਨਿਟੀ ਵਾਸਤੇ, ਸਾਰਿਆਂ ਵਾਸਤੇ ਹੀ ਹੈ। ਚੰਗਾ ਕਰੋ, ਕੱਲਾ ਚੰਗਾ ਕਰੋ ਨਾ, ਚੰਗੇ ਵਾਸਤੇ ਪ੍ਰੇਰੋ, ਦੂਜੇ ਨੂੰ ਵੀ ਨਾਲ ਤੋਰੋ। ਹੋਰ ਕਿਸੇ ਨੂੰ ਨਹੀਂ, ਆਪਣੇ ਬੱਚੇ ਨੂੰ ਤੇ ਤੋਰੋ, ਆਪਣੇ ਆਲੇ ਦੁਆਲੇ ਨੂੰ ਤੋਰੋ, ਭੈਣ ਭਰਾ ਨੂੰ ਤੋਰੋ। ਇਟਸ ਨਨ ਆਫ ਮਾਈ ਬਿਜ਼ਨਸ, ਨੋ ਬਾਈ, ਇਟਸ everybody's business. We have to pay attention toward each and every individual, and especially when we are doing some kind of actions. ਸਾਡੇ ਐਕਸ਼ਨਸ ਉਹ ਜ਼ਿਆਦਾ ਬੋਲਦੇ ਸਮਾਜ ਦੇ ਵਿੱਚ। ਜਦੋਂ ਬੰਦਾ ਇੱਕ ਦੂਜੇ ਨੂੰ ਦੇਖਦਾ, ਉਹਨੂੰ ਲੱਗਦਾ ਨਹੀਂ ਭਾਈ ਗਲਤ ਕੰਮ ਨਹੀਂ ਕਰਨਾ, ਉਹ ਵੀ ਤੇ ਹੈ, ਉਹ ਵੀ ਤੇ ਹੈ। ਇਸ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਇੱਥੇ ਬਾਤ ਕੀਤੀ ਸਪਿਰਿਚੁਅਲ ਸਾਈਡ ਤੋਂ, ਸਭ ਕਹਿੰਦੇ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ। ਜੋ ਲੋਕ ਆਪ ਭਗਤੀ ਕਰਦੇ, ਭਗਤੀ ਵਿੱਚ ਲੱਗ ਜਾਂਦੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਡਿਵੋਸ਼ਨਲ ਵੇ ਦੇ ਨਾਲ ਆਪਣੇ ਜੀਵਨ ਵਿੱਚ ਧਾਰਨ ਕਰਦੇ। ਹੁਣ ਡਿਵੋਸ਼ਨਲ ਵੇ ਦੇ ਨਾਲ ਇਹ ਹੈ, ਜਦੋਂ ਬੰਦਾ ਆਪਣੇ ਬੈਡ ਡੀਡਸ ਨੂੰ ਕੰਟਰੋਲ ਕਰਨ ਦੀ ਟਰਾਈ ਕਰਦਾ, ਆਪਣੇ ਥਾਟ ਪ੍ਰੋਸੈਸ ਨੂੰ ਬਦਲਦਾ ਆ, ਧਰਤੀ ਤੇ ਉਹ ਐਕਟ ਕਰਨਾ ਚਾਹੁੰਦਾ ਜਿਹਦੇ ਵਿੱਚੋਂ ਕਿਸੇ ਦਾ ਭਲਾ ਨਿਕਲੇ, ਬੁਰਾ ਨਾ ਨਿਕਲੇ, ਇਹ ਭਗਤ ਹੈ। ਭਗਤ ਉਹ ਨਹੀਂ ਜਿਹੜਾ ਕਿਸੇ ਦੇ ਬੁਰੇ ਚ ਆਉਂਦਾ, ਭਗਤ ਉਹ ਜਿਹੜਾ ਕਿਸੇ ਦੇ ਭਲੇ ਵਿੱਚ ਆਉਂਦਾ। ਭਗਤ ਉਹ ਹੈ ਜਿਹੜਾ ਸੰਸਾਰ ਦੇ ਵਾਸਤੇ ਆਪਣੇ ਆਪ ਨੂੰ ਤਿਆਗ ਦਿੰਦਾ ਹੈ। ਆਈ ਥਿੰਕ we have discussed this particular word Bhagat in
ਐਕਚੁਅਲੀ ਇਸ ਹਾਜ਼ਰੀ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ 3 ਸਮਾਸ ਨੇ ਇਹਦੇ 'ਚ ਪੱਬਾ, ਗੱਗਾ ਤੇ ਤੱਤਾ। ਪੱਬੇ ਤੋਂ ਮਤਲਬ ਹੈ ਭਜਨ, ਜਸਟ ਰਿਸਾਈਟ ਕਰਨਾ। ਜਿਵੇਂ ਜਪਜੀ ਸਾਹਿਬ ਦਾ ਨਹੀਂ ਪਤਾ ਜਪਜੀ ਸਾਹਿਬ ਕੀ ਕਹਿ ਰਿਹਾ, ਪਰ ਬੰਦਾ ਪੜ੍ਹ ਰਿਹਾ ਹੈ। ਰਹਿਰਾਸ ਦਾ ਨਹੀਂ ਪਤਾ, ਪਰ ਬੰਦਾ ਪਾਠ ਕਰ ਰਿਹਾ ਹੈ, ਕੀਰਤਨ ਸੁਣ ਰਿਹਾ ਹੈ। ਇਹ ਪਹਿਲਾ ਪੜਾਅ ਹੈ, ਇਹ ਭਗਤੀ ਦਾ ਪਹਿਲਾ ਪੜਾਅ ਭਜਨ। ਫਿਰ ਹੌਲੀ ਹੌਲੀ ਸਾਰੀ ਉਮਰ ਐਵੇਂ ਨਹੀਂ ਕਰਦੇ ਰਹਿਣਾ, ਬਲਕਿ ਥੋੜ੍ਹੇ ਵਕਤ ਦੇ ਨਾਲ ਬੰਦੇ ਨੂੰ ਅਹਿਸਾਸ ਆਏ, ਮੈਨੂੰ ਇਹ ਵੀ ਤਾਂ ਪਤਾ ਲੱਗੇ ਮੈਨੂੰ ਬਾਣੀ ਕਹਿ ਕੀ ਰਹੀ ਹੈ, ਮੇਰੇ ਗੁਰੂ ਦਾ ਮੈਸੇਜ ਕੀ ਹੈ ਮੇਰੇ ਵਾਸਤੇ। ਇੱਥੋਂ ਫਿਰ ਗਿਆਨ ਆਏਗਾ। ਤੇ ਜੇ ਗਿਆਨ ਆ ਗਿਆ, ਸਮਟਾਈਮ ਪੀਪਲ ਆਸਕ ਭਾਈ ਸਾਹਿਬ what's the difference between information and knowledge? ਇਨਫੋਰਮੇਸ਼ਨ ਜਿਹੜੀ ਜਾਣਕਾਰੀ ਤੇ ਗਿਆਨ, ਇਹਦੇ 'ਚ ਫਰਕ ਕੀ ਹੈ? ਜਾਣਕਾਰੀ ਤੇ ਬੰਦਾ ਕਿਤੋਂ ਵੀ ਅਕਮੂਲੇਟ ਕਰ ਲੈਂਦਾ ਹੈ, ਇਟਸ ਨੋਟ ਅ ਬਿਗ ਡੀਲ। ਜਿਹੜੀ ਨੌਲੇਜ ਆ, ਜਿਹੜਾ ਗਿਆਨ ਆ, ਉਹ ਕੀ ਹੈ? ਜਦੋਂ ਬੰਦਾ ਉਹਨੂੰ ਜੀਵਨ ਵਿੱਚ ਅਪਲਾਈ ਕਰਦਾ। ਜਿਵੇਂ ਉਹਦੀ ਤੁਸੀਂ ਉਸ ਲੈਵਲ ਤੇ ਉਹਨੂੰ ਐਪਲੀਕੇਬਲ ਹੋਵੋਗੇ, ਉਸ ਲੈਵਲ ਤੇ ਉਹਨੂੰ ਅਪਲਾਈ ਕਰਨਾ ਸ਼ੁਰੂ ਕਰੋਗੇ, ਫਿਰ ਸਾਨੂੰ ਇੱਕ ਨੈਕਸਟ ਲੈਵਲ ਆਏਗਾ, ਤਿਆਗ। ਤੁਸੀਂ ਭਗਤ ਦੀ ਪਹਿਚਾਨ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋ, ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਕਿਉਂ ਬਾਬਾ ਜੀ? ਬਿਖਮ ਮਾਰਗ ਚੱਲਣਾ, ਬਿਕੋਜ਼ ਦੇ ਮੇਕ ਵੈਰੀ ਟਫ ਚੋਇਸਿਸ। ਬਿਖਮ ਦਾ ਮਤਲਬ ਟਫ ਆ, ਹਾਰਡ ਚੋਇਸਿਸ, ਜਿਹੜੀ ਆਮ ਬੰਦਾ ਨਹੀਂ ਬਣਾਉਂਦਾ। ਬੰਦਾ ਕਹੇਗਾ ਕਿਉਂ ਹਾਰਡ ਚੋਇਸਿਸ ਕਿਉਂ ਬਣਾਉਣੀਆਂ ਨੇ, ਕਿਉਂ ਜਿਹੜਾ ਔਖੇ ਰਾਹ ਤੇ ਜਾਣਾ ਹੈ। ਭਗਤਾਂ ਕੀ ਚਾਲ ਨਿਰਾਲੀ, ਬਿਖਮ ਮਾਰਗ ਚੱਲਣਾ। Why they are tough choices? Because they actually renounce few things. They don't renounce world. No. ਕਈ ਵਾਰ ਲੋਕੀ world renounce ਕਰਕੇ they claim we are Bhagat, we are saint or we are monk. Sikhi says no, that's not the Bhakti. ਭਗਤੀ ਸੰਸਾਰ ਤਿਆਗਣਾ ਨਹੀਂਗਾ, ਹਾਂ ਇੱਕ ਹੋਰ ਚੀਜ਼ ਦਾ ਤਿਆਗ ਕਰਨਾ। ਉਹ ਕੀ ਹੈ? ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਇਹਦਾ ਤਿਆਗ ਕਰ। ਲੱਭ ਤੇ ਲੋਭ ਕਈ ਵਾਰੀ ਇੱਕੋ ਇੰਟਰਚੇਂਜੇਬਲ ਵੇ ਦੇ ਨਾਲ ਵੀ ਬਾਣੀ 'ਚ ਯੂਜ਼ ਕਰਦੇ ਹਾਂ ਅਸੀਂ ਵਰਡਸ, ਬਟ ਇੱਥੇ ਡਿਫਰੈਂਟ ਵੇ ਨਾਲ ਯੂਜ਼ ਕੀਤਾ ਗਿਆ। ਲੱਭ ਹੁੰਦਾ ਆ ਪੰਜਾਬੀ ਲੈਂਗੁਏਜ ਆ, ਤੁਸੀਂ ਸ਼ਾਇਦ ਇਹ ਵਰਡ ਕਿਤੇ ਆਪ ਯੂਜ਼ ਕੀਤਾ ਹੋਇਆ ਸੁਣਿਆ ਹੋਏ। ਜੇ ਕੋਈ ਬੰਦਾ ਬੜਾ ਕਿਸੇ ਫੂਡ ਨੂੰ ਵੇਖ ਕੇ ਜਾਂ ਕਿਸੇ ਫੂਡ ਦਾ ਨਾਂ ਸੁਣ ਕੇ ਤੇ ਬੜੀਆਂ ਰਾਲਾਂ ਸੱਟਣ ਲੱਗ ਜੇ, ਤੇ ਅਸੀਂ ਕਹਿੰਦੇ ਹਾਂ ਵੇਖ ਇਹਦੀ ਜੀਭ ਲਟਕ ਕੇ ਕਿਵੇਂ ਲਬਾਂ ਤੱਕ ਆ ਗਈ ਹੈ। ਭਾਵ ਇਹਦਾ ਸੈਲਫ ਕੰਟਰੋਲ ਨਹੀਂ ਹੈਗਾ। ਜਿਹੜਾ ਭਗਤ ਆ ਉਹ ਐਕਚੁਅਲ ਲੈਵਲ ਤੇ ਆਪਣੇ ਖਾਣ ਪੀਣ ਤੇ ਕੰਟਰੋਲ ਕਰਦਾ ਹੈ। ਇਹ ਪਹਿਲੀ ਕੰਡੀਸ਼ਨ ਹੈ। ਅਦਰਵਾਈਜ਼ ਬੰਦੇ ਦੀ ਹਾਲਤ ਤੇ ਬਣੀ ਪਈ ਹੈ ਕਿ ਗੱਲਾਂ ਤੇ ਵੱਡੀਆਂ ਵੱਡੀਆਂ ਕੋਈ ਵੀ ਕਰ ਲੇਗਾ। ਜਦੋਂ ਗੱਲ ਆਏਗੀ ਜੀਵਨ ਵਿਹਾਰ ਦੇ ਵਿੱਚ, ਲੋਕਾਂ ਤੋਂ ਤੇ ਅਲਕੋਹਲ ਨਹੀਂ ਛੁੱਟਦੀ, ਲੋਕਾਂ ਤੋਂ ਤੇ ਜਿਹੜੇ ਆ ਨਸ਼ੇ ਪੱਤੇ ਇਹ ਨਹੀਂ ਛੁੱਟਦੇ। ਹਾਲਤ ਇਹ ਆ, ਬਾਕੀ ਤੇ ਗੱਲਾਂ ਛੱਡੋ, ਜਿਹੜੇ ਫੂਡ ਜਿਹੜਾ ਸਾਡੇ ਵਾਸਤੇ ਚੰਗਾ ਨਹੀਂ ਹੈਗਾ, ਸ਼ੂਗਰੀ, ਸਾਲਟੀ, ਗਰੀਸੀ, ਉਹੀ ਨਹੀਂ ਛੁੱਟਦਾ। ਬੰਦਾ ਕਹੇਗਾ ਵੀ ਮੈਂ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਜੀ, ਸਾਡੇ ਗੁਰੂ ਸਾਹਿਬ ਨੇ ਕੁਰਬਾਨੀਆਂ ਕਰ ਦਿੱਤੀਆਂ। ਭਲੇ ਬੰਦੇ, ਬਿਲਕੁਲ ਠੀਕ ਹੈ, ਪਰ ਤੂੰ ਆਪਣੇ ਵੱਲ ਵੀ ਦੇਖ ਕੁਝ। ਤੂੰ ਤੇ ਇੱਕ ਛੋਟੀ ਜਿਹੀ ਜਿਹੜੀ ਹੈ ਇੰਨੀ ਕੁ ਬਾਤ ਨਹੀਂ ਕਰ ਸਕਦਾ। ਇਹ ਮੀਨ ਕੋਰਲੇਟ ਤੇ ਕਰਕੇ ਦੇਖ। ਲੱਭ ਕੰਟਰੋਲ ਕਰਨਾ, ਆਪਣੇ ਖਾਣ ਪਾਣ ਤੇ ਕੰਟਰੋਲ ਹੋਏ। ਲੋਭ, ਗਰੀਡ, ਇਹ ਬੜੀ ਵੱਡੀ ਫੋਰਸ ਹੈ, ਚਲਾਉਂਦੀ ਬੰਦੇ ਨੂੰ। ਬੰਦੇ ਦਾ ਜਿੱਥੇ ਲਾਲਚ ਪੁੱਗਦਾ ਹੋਏ, ਬੰਦਾ ਸਾਰੀ ਰਾਤ ਵੀ ਜਾਗ ਲਏਗਾ। ਜਿੱਥੇ ਲਾਲਚ ਪੂਰਾ ਨਹੀਂ ਹੁੰਦਾ, ਭਾਵੇਂ ਉਹ ਮਤਲਬ ਸਾਹਮਣੇ ਚੀਜ਼ ਪਈ ਹੋਏ ਜਾਂ ਕਿਸੇ ਨਾਲ ਸਾਹਮਣੇ ਉਹਦੇ ਨਾਲ ਹੱਥ ਵੀ ਨਹੀਂ ਮਿਲਾਉਂਦਾ, ਉਹਨੂੰ ਹੂ ਕੇਅਰ, ਮੇਰਾ ਕਿਹੜਾ ਲਾਲਚ ਹੈ ਕੋਈ। ਲਾਲਚ ਹੀ ਬੰਦੇ ਨੂੰ ਚਲਾਉਂਦਾ। ਭਗਤੋ ਜਿਹੜਾ ਲਾਲਚ ਤੋਂ ਉੱਪਰ ਉੱਠ ਜਾਂਦਾ, ਨਿਸਵਾਰਥ, ਸੈਲਫਲੈਸ ਹੋਣ ਦੀ ਬਾਤ ਆ ਰਹੀ ਹੈ ਇਹਦੇ 'ਚ। ਕਿਆ ਲੱਭ ਲੋਭ ਅਹੰਕਾਰ ਬੰਦੇ 'ਚ ਕਿੰਨਾ ਜਿਹੜਾ ਫੇਕ ਪ੍ਰਾਈਡ ਤੇ ਫੇਕ ਕਿਸਮ ਦੀ ਜਿਹੜੀ ਈਗੋਟਿਸਟ ਐਟੀਟਿਊਡ ਵਾਲੀ ਬਾਤ ਹੈ, ਕਿੰਨੀ ਵਧੀ ਪਈ। ਭਗਤ ਤੇ ਤਿਆਗ ਦਿੰਦਾ, ਭਗਤ ਰਿਨਾਊਂਸ ਕਰ ਦਿੰਦਾ। ਨੋ, ਆਈ ਵਿਲ ਨੋਟ ਟੇਕ ਇਟ ਔਨ ਮਾਈ ਸ਼ੋਲਡਰਸ। ਨੋ, ਮੈਂ ਨਹੀਂ ਇਹਨੂੰ ਆਪਣੇ ਜਿਹੜਾ ਹੈਗਾ ਕੰਧਿਆਂ ਤੇ ਚੁੱਕਾਂਗਾ, ਮੈਂ ਇਹਨੂੰ ਛੱਡ ਦਿੱਤਾ ਹੈਗਾ। ਸੋ ਉਹਦੀ ਬਾਤ ਕੀਤੀ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਤ੍ਰਿਸ਼ਨਾ ਜਿੰਨਾ ਮਿਲ ਗਿਆ ਓਨਾ ਹੀ ਥੋੜਾ, ਜਿੰਨਾ ਮਿਲ ਗਿਆ ਓਨਾ ਹੀ ਥੋੜਾ। ਕਹਿੰਦਾ ਨੋ ਦੈਟਸ ਨੋਟ ਐਨਫ, ਆਈ ਨੀਡ ਮੋਰ। ਇਹ ਵਾਲੀ ਬਾਤ ਭਗਤ ਇਸ ਤੋਂ ਬਾਹਰ ਆ ਗਿਆ। ਇਹ ਹੈ ਤਿਆਗ ਦਾ ਭਾਵ। ਸੋ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਜਿਹੜੇ ਇਸ ਕਿਸਮ ਦੀ ਡਿਵੋਸ਼ਨਲ ਪ੍ਰੈਕਟਿਸ ਚਲੇ ਗਏ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ।
ਇਸ ਚੀਜ਼ ਨੂੰ ਆਪ ਪ੍ਰੈਕਟਿਸ ਉਹਦੇ ਵਿੱਚ ਲੱਗ ਜਾਣ। ਅਵਰਾ ਭਗਤ ਕਰਾਵਣਿਆ, ਆਪ ਕਰਕੇ ਦੂਜਿਆਂ ਨੂੰ ਪ੍ਰੇਰਣ ਤੇ ਦੂਜਿਆਂ ਨੂੰ ਇਸ ਰਾਹ ਤੇ ਤੋਰ ਸਕਣ। ਬੰਦਾ ਆਪ ਤੇ ਕਰ ਨਹੀਂ ਰਿਹਾ ਤੇ ਦੂਜਿਆਂ ਨੂੰ ਇਸ ਰਾਹ ਤੇ ਕਿਵੇਂ ਤੋਰ ਪਾਏਗਾ? ਸੋ ਇਸ ਦੀ ਬਾਤ ਆ ਜਿਹੜਾ ਇਸ ਕਿਸਮ ਦੇ ਇੱਕ ਬਿਹੇਵੀਅਰ ਨੂੰ ਅਡਾਪਟ ਕਰਦਾ ਆ। ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਇਹਨਾਂ ਨੂੰ ਸਦਾ ਨਮਸਕਾਰ ਕਰਦਾ ਹਾਂ। ਦੇਖੋ, ਸਤਿਕਾਰ ਕਰਨਾ ਹਰ ਇੱਕ ਦਾ ਜ਼ਰੂਰੀ ਹੈ, ਪਰ ਧਰਤੀ ਦੇ ਉੱਤੇ ਗੁਣਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਜਿੱਥੇ ਗੁਣ ਵੱਧ ਜਾਣ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਉਮਰ ਆ ਉਹ ਤੇ ਬਹੁਤ ਛੋਟੀ ਹੈ, ਪਰ ਸਤਿਕਾਰ ਕਿਹਦਾ ਆ? ਗੁਰੂ ਦੇ ਰੂਪ ਦੇ ਵਿੱਚ। ਇਹ ਸਰੀਰ ਆਸਥਾ ਨਹੀਂ ਲੋਕ ਕਹਿੰਦੇ ਤੁਸੀਂ ਤੁਹਾਡੇ ਵੀ ਤੇ ਜਿਹੜੇ ਸੀਗੇ ਗੁਰੂ ਜਿਹੜੇ ਦੇਹਧਾਰੀ ਸੀਗੇ ਤੇ ਉਹਨਾਂ ਦੇ ਦੇਹਾਂ ਦੀ ਪੂਜਾ ਹੁੰਦੀ ਸੀ। ਉਹ ਭਲਿਓ ਬੰਦੇ, ਦੇਹ ਦੀ ਪੂਜਾ ਕਿੱਥੇ ਹੁੰਦੀ ਸੀ? ਨਾ ਨਾ ਨਾ, ਇੱਥੇ ਦੇਹ ਪ੍ਰਸਤਗੀ ਨਹੀਂ, ਇੱਥੇ ਤੇ ਗੁਣ ਪ੍ਰਸਤਗੀ ਹੈ। ਇੱਥੇ ਤੇ ਇੱਕ ਉਹ ਲੈਵਲ ਹੈ ਜਿੱਥੇ ਗੁਰੂ ਕੀ ਜੋਤ ਨੂੰ ਵੇਖਿਆ ਜਾ ਰਿਹਾ ਹੈਗਾ। ਸੋ ਇੱਥੇ ਬਚਨ ਆਇਆ, ਮਹਾਰਾਜ ਜ਼ਿਕਰ ਕਰਦੇ ਕਿ ਜਦੋਂ ਬੰਦਾ ਉਸ ਲੈਵਲ ਤੇ ਗੁਣਾਤਮਕ ਪੱਖ ਤੋਂ ਜਿਹੜਾ ਬੰਦਾ ਧਾਰਨੀ ਹੋ ਗਿਆ, ਉਸ ਨੂੰ ਮੈਂ ਨਮਸਕਾਰ ਕਰਦਾ। ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ, ਜੋ ਅਨਦਿਨ ਰਾਤ ਦਿਨ ਹਰੀ ਦਾ ਗੁਣਗਾਨ ਕਰਦੇ, ਹਰੀ ਦੇ ਗੁਣਗਾਨ ਵਿੱਚ ਆਪਣੇ ਆਪ ਨੂੰ ਲਗਾ ਦਿੰਦੇ। ਇਹ ਰਹਾਉ ਦਾ ਪਦਾ ਆ। ਇਹਦੀ ਇੱਥੋਂ ਹੀ ਵਿਚਾਰ ਹੁੰਦੇ। ਕੱਲ ਪ੍ਰਾਰੰਭ ਕਰਾਂਗੇ ਅੱਗੇ ਤੋਰਨ ਵਾਸਤੇ। ਅੱਜ ਵਾਸਤੇ ਸਮਾਂ ਸਮਾਪਤ। ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਨੋ ਡਾਊਟ ਇਹ ਜਿਹੜਾ ਕੋਵਿਡ-19 ਦਾ ਟਾਈਮ ਚੱਲ ਰਿਹਾ ਹੈਗਾ, ਇਹਦੇ ਬਾਬਤ ਜੋ ਸਾਨੂੰ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਆ ਉਹਦੇ ਬਾਰੇ ਅਵੇਅਰ ਰਹੀਏ। ਹਾਈਜੀਨ ਦਾ ਖਿਆਲ ਰੱਖੀਏ। ਆਪ ਆਪਣੇ ਆਪ ਨੂੰ ਦੂਜਿਆਂ ਦਾ ਧਿਆਨ ਕਰਦਿਆਂ ਹੋਇਆਂ ਬਚਾ ਕੇ ਰੱਖੀਏ। ਅਤੇ ਸਾਰੇ ਦੇ ਵਿੱਚ ਇਹ ਵੀ ਇੱਕ ਵੱਡਾ ਸਾਡੇ ਵਾਸਤੇ ਸੇਵਾ ਦਾ ਕਾਰਜ ਹੈ। ਇਹ ਵੀ ਅਸੀਂ ਸਾਰਿਆਂ ਨੇ ਰਲ ਕੇ ਚੱਲਣਾ ਆ। ਬਾਕੀ ਮਾਲਕ ਦੇ ਚਰਨਾਂ 'ਚ ਅਰਦਾਸ ਹੈ, ਮਾਲਕ ਸਭ ਨੂੰ ਦੇਹ ਰੋਗਤਾ ਬਖਸ਼ੀ। ਅਤੇ ਜੇ ਮਨੁੱਖਤਾ ਭੁੱਲ ਵੀ ਗਈ ਹੈ ਤੇ ਇਸ ਨੂੰ ਭੁੱਲੀ ਹੋਈ ਨੂੰ ਵੀ ਮੁਆਫ ਕਰਕੇ ਆਪਣੇ ਰਾਹ ਤੇ ਪਾ, ਸਹੀ ਰਾਹ ਤੇ ਪਾ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।